ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਪਲੇ ਵੇਲਿਆਂ ਦੀ ਗੱਲ ਹੈ, ਕਿਸੇ ਦੂਰ ਦਰਾਜ਼ ਪਿੰਡ ਵਿੱਚ ਇੱਕ ਮੁੰਡਾ ਜੂਰਾ ਖੱਚ ਰਹਿੰਦਾ ਸੀ। ਜੂਰੇ ਸਕੂਲੇ ਜਾਣਾ ਤੇ ਗੱਲ ਗੱਲ ਵਿੱਚ ਊਠਾਂ ਦਾ ਜ਼ਿਕਰ ਲੈ ਆਉਣਾ। ਸਾਲਾਨਾ ਪਰਚੇ ਹੋਏ ਤੇ ਸਕੂਲ ਦੇ ਮਾਸਟਰ ਚਿਰਾਗਦੀਨ ਨੇ ਜੂਰੇ ਨੂੰ ਫੇਲ ਕਰ ਛੱਡਿਆ। ਜੂਰਾ ਸ਼ਿਕਾਇਤ ਲੈ ਕੇ ਮਾਸਟਰ ਕੋਲ ਜਾ ਪੜਿਆ, ਅਰਜ਼ ਕੀਤੀ, ਮਾਈ ਬਾਪ, ਮੈਂ ਮੰਨਦਾ ਹਾਂ ਕਿ ਮੈਂ ਨਿਕੰਮਾ ਹਾਂ, ਮਿਹਨਤ ਵੀ ਨਹੀਂ ਕਰਦਾ, ਪਰ ਏਡਾ ਵੀ ਨਲਾਇਕ ਨਹੀਂ ਕਿ ਮਾਸਟਰ ਚਿਰਾਗਦੀਨ ਹੋਰੀ ਮੈਨੂੰ ਫੇਲ ਹੀ ਕਰ ਛੱਡਣ। ਹੈਡ ਮਾਸਟਰ ਸਾਹਿਬ ਨੇ ਨਜ਼ਰਸਾਨੀ ਦੀ ਯਕੀਨਦਾਰੀ ਕਰਵਾ ਕੇ ਜੂਰੇ ਨੂੰ ਵਾਪਸ ਮੋੜ ਦਿੱਤਾ ਤੇ ਨਾਲ ਹੀ ਮਾਸਟਰ ਚਿਰਾਗਦੀਨ ਹੋਰਾਂ ਨੂੰ ਸੱਦ ਕੇ ਪੁੱਛਿਆ ਕਿ ਕੀ ਵਜ੍ਹਾ ਹੈ, ਤੁਸੀਂ ਜੂਰੇ ਨੂੰ ਕਿਉਂ ਫੇਲ ਕੀਤਾ ਹੈ। ਮਾਸਟਰ ਚਿਰਾਗਦੀਨ ਹੋਰਾਂ ਆਖਿਆ ਕਿ ਹੈਡ ਮਾਸਟਰ ਸਾਹਿਬ, ਕੀ ਦੱਸਾਂ, ਇਸ ਖੱਚ ਨੂੰ ਮੈਂ ਜਿਹੜਾ ਮਜ਼ਮੂਨ ਦਿੰਦਾ ਹਾਂ, ਇਹ ਵਲ ਵਲਾ ਕੇ ਕਿਸੇ ਨਾ ਕਿਸੇ ਪਾਸਿਓਂ ਉਹਦੇ ਊਠਾਂ ਦਾ ਜ਼ਿਕਰ ਲੈ ਆਉਂਦਾ ਹੈ। ਕੱਲ੍ਹ ਦੀ ਗੱਲ ਸੁਣ ਲਵੋ, ਮੈਂ ਇਹਨੂੰ ਫੁੱਟਬਾਲ ਉੱਤੇ ਮਜ਼ਮੂਨ ਲਿਖਣ ਦਾ ਆਖਿਆ ਤੇ ਇਹਨੇ ਲਿਖਿਆ ਕਿ ਫੁੱਟਬਾਲ ਦੁਨੀਆ ਦੇ ਮਸ਼ਹੂਰ ਖੇਡਾਂ ਵਿੱਚੋਂ ਇੱਕ ਹੈ। ਫੁੱਟਬਾਲ ਨੂੰ ਸਾਰੀ ਦੁਨੀਆ ਪਸੰਦ ਕਰਦੀ ਹੈ ਅਤੇ ਇਸ ਖੇਡ ਦੇ ਖਿਡਾਰੀ ਮਜ਼ਬੂਤ ਜਿਸਮ ਦੇ ਹਾਮਲ ਹੁੰਦੇ ਨੇ। ਇਹਨਾਂ ਦੇ ਮਜ਼ਬੂਤ ਜਿਸਮ ਵੇਖ ਕੇ ਊਠ ਯਾਦ ਆਉਂਦੇ ਨੇ, ਜਿਹੜੇ ਰੇਗਿਸਤਾਨ ਦੇ ਬਾਦਸ਼ਾਹ, ਤਾਕਤਵਰ ਤੇ ਇੰਤਹਾਈ ਖੂਬਸੂਰਤ ਜਾਨਵਰ ਨੇ। ਊਠਾਂ ਨੂੰ ਦੁਨੀਆ ਭਰ ਵਿੱਚ ਪਸੰਦ ਕੀਤਾ ਜਾਂਦਾ ਹੈ, ਖਾਸ ਤੌਰ 'ਤੇ ਅਰਬ ਦੇ ਰਹਿਣ ਵਾਲੇ ਊਠ ਨਾਲ ਦਲੀਲ ਰਿਕਾਰਡ ਰੱਖਦੇ ਨੇ। ਮੈਂ ਇਹਨੂੰ ਬੜਾ ਸਮਝਾਇਆ ਕਿ ਚੱਲਿਆ, ਫੁੱਟਬਾਲ ਦਾ ਊਠਾਂ ਨਾਲ ਕੀ ਤਾਲੁਕ। ਫਿਰ ਉਹਨੂੰ ਆਖਿਆ, ਚੱਲ ਤੂੰ ਇਸ ਤਰ੍ਹਾਂ ਕਰ ਕਿ ਜਾਪਾਨੀ ਗੱਡੀਆਂ ਉੱਤੇ ਮਜ਼ਮੂਨ ਲਿਖ ਦੇ। ਇਹਨੇ ਲਿਖਿਆ ਕਿ ਜਾਪਾਨ ਦੁਨੀਆ ਦੇ ਵੱਡੇ ਗੱਡੀ ਸਾਜ਼ ਮੁਲਕਾਂ 'ਚ ਸ਼ੁਮਾਰ ਹੁੰਦਾ ਹੈ। ਇਹੋ ਜਿਹੀਆਂ ਗੱਡੀਆਂ ਇਨਸਾਨਾਂ ਦੇ ਸਫ਼ਰ ਨੂੰ ਆਸਾਨ ਬਣਾਉਂਦੀਆਂ ਨੇ ਅਤੇ ਉਹਦੀ ਜ਼ਿੰਦਗੀ ਦੇ ਹਿਫਾਜ਼ਤ ਲਈ ਇਹੋ ਜਿਹੀ ਸ਼ੈਵਾਂ ਵੀ ਗੱਡੀਆਂ ਸਭ ਨਹੀਂ ਆਉਂਦੀਆਂ ਨੇ, ਜਿਹੜੀਆਂ ਹਾਦਸਾ ਹੋਣ ਦੀ ਸੂਰਤ 'ਚ ਉਹਦਾ ਤਹਿਫ਼ੁਜ਼ ਕਰਦੀਆਂ ਨੇ। ਇਹ ਗੱਡੀਆਂ ਤੇਲ 'ਤੇ ਚੱਲਦੀਆਂ ਨੇ ਜਾਂ ਫਿਰ ਬਿਜਲੀ ਦੀ ਤਾਕਤ ਨਾਲ। ਪਾਕਿਸਤਾਨ ਵਿੱਚ ਤੇਲ ਮਹਿੰਗਾ ਹੈ ਅਤੇ ਹੁਣ ਬਿਜਲੀ ਵੀ ਲੁਕਾਈ ਦੀ ਪਹੁੰਚ ਤੋਂ ਬਹੁਤ ਦੂਰ ਹੈ। ਇਹਦੇ ਮੁਕਾਬਲੇ ਵਿੱਚ ਊਠ ਇੱਕ ਅਜਿਹਾ ਜਾਨਵਰ ਹੈ ਜਿਹਦੇ ਉੱਤੇ ਸਫ਼ਰ ਕਰਨਾ ਬਹੁਤ ਫਾਇਦੇਮੰਦ ਹੈ। ਊਠ ਇੱਕ ਖੂਬਸੂਰਤ ਜਾਨਵਰ ਹੈ, ਮਜ਼ਬੂਤ ਜਿਸਮ ਅਤੇ ਖੂਬਸੂਰਤ ਨਕਸ਼ੋ ਨਗਾਰ ਦਾ ਮਾਲਕ ਹੋਣ ਕਾਰਨ ਇਹਨੂੰ ਦੁਨੀਆ ਭਰ ਵਿੱਚ ਪਸੰਦ ਕੀਤਾ ਜਾਂਦਾ ਹੈ। ਅਰਬ ਦੇ ਲੋਕ ਇਹਦੇ ਨਾਲ ਖਾਸ ਉਸਰੀਅਤ ਰੱਖਦੇ ਨੇ ਅਤੇ ਅੱਗੇ ਉਹ ਹੀ ਸਾਰਾ ਮਜ਼ਮੂਨ ਜਿਹੜਾ ਹਰ ਮਜ਼ਮੂਨ ਵਿੱਚ ਤੁਰ ਛੱਡਦਾ ਸੀ। ਹੈਡ ਮਾਸਟਰ ਨੇ ਗੱਲ ਸੁਣੀ ਅਤੇ ਹੈਰਾਨ ਰਹਿ ਗਿਆ। ਉਹਨਾਂ ਜੂਰੇ ਖੱਚ ਨੂੰ ਸੱਦਿਆ, ਸਾਹਮਣੇ ਬਾ ਕੇ ਆਖਿਆ ਕਿ ਪੁੱਤਰ ਇੰਝ ਕਰ, ਕੰਪਿਊਟਰ 'ਤੇ ਮਜ਼ਮੂਨ ਲਿਖ। ਜੂਰੇ ਨੇ ਮਜ਼ਮੂਨ ਸ਼ੁਰੂ ਕੀਤਾ ਅਤੇ ਲਿਖਿਆ ਕਿ ਕੰਪਿਊਟਰ ਦੀ ਈਜਾਦ ਨੇ ਇਨਸਾਨੀ ਤਰੱਕੀ ਦਾ ਸਫ਼ਰ ਬਹੁਤ ਸੌਖਾ ਕਰ ਛੱਡਿਆ ਹੈ। ਕੰਪਿਊਟਰ ਦੀ ਰਫ਼ਤਾਰ ਪਹਿਲਾਂ ਬਹੁਤ ਤੇਜ਼ ਨਹੀਂ ਸੀ, ਪਰ ਅੱਜ ਕੱਲ੍ਹ ਉਹ ਬੜੀ ਤੇਜ਼ੀ ਨਾਲ ਆਪਣਾ ਕੰਮ ਮੁਕੰਮਲ ਕਰਦਾ ਹੈ। ਪਹਿਲੇ ਕੰਪਿਊਟਰ ਗਰਮ ਹੋ ਕੇ ਥੱਕ ਜਾਂਦਾ ਸੀ, ਪਰ ਅੱਜ ਦੇ ਕੰਪਿਊਟਰ ਊਠ ਵਾਂਗੂ ਥੱਕਦੇ ਨਹੀਂ, ਕਿਉਂਕਿ ਊਠ ਇੱਕ ਅਜਿਹਾ ਜਾਨਵਰ ਹੈ ਜਿਹੜਾ ਰੇਗਿਸਤਾਨ ਦਾ ਬਾਦਸ਼ਾਹ ਅਤੇ ਇੰਤਹਾਈ ਮਜ਼ਬੂਤ ਜਿਸਾਮਤ ਦਾ ਮਾਲਕ ਹੈ। ਊਠ ਨੂੰ ਦੁਨੀਆ ਭਰ ਵਿੱਚ ਪਸੰਦ ਕੀਤਾ ਜਾਂਦਾ ਹੈ, ਖਾਸ ਤੌਰ 'ਤੇ ਅਰਬ ਮੁਲਕਾਂ ਦੇ ਲੋਕ ਇਹਦੇ ਨਾਲ ਬੜੀ ਉਨਸੀਅਤ ਰੱਖਦੇ ਨੇ। ਜੂਰੇ ਨੇ ਅੱਗੇ ਵੀ ਊਠਾਂ ਬਾਰੇ ਉਹ ਸਾਰੀਆਂ ਗੱਲਾਂ ਲਿਖ ਛੱਡੀਆਂ ਜਿਹੜੀਆਂ ਪਿਛਲੇ ਮਜ਼ਮੂਨ ਲਿਖਦਾ ਆ ਰਿਹਾ ਸੀ। ਹੈਡ ਮਾਸਟਰ ਨੇ ਸੋਚਿਆ ਕਿ ਹੋ ਸਕਦਾ ਹੈ ਜੂਰੇ ਨੇ ਊਠਾਂ ਦਾ ਹਵਾਲਾ ਇਸ ਕਰਕੇ ਦਿੱਤਾ ਹੋਵੇ ਕਿ ਕੰਪਿਊਟਰ ਦੀ ਕਮਿਟਮੈਂਟ ਅਤੇ ਮੁਸਤਕਿਲ ਮਜ਼ਾਜੀ ਵਾਜ਼ੇ ਕਰਨਾ ਮਕਸੂਦ ਹੋਵੇ। ਚਲੋ ਇੰਝ ਕਰਨੇ ਆ ਕਿ ਜੂਰੇ ਨੂੰ ਹਵਾਈ ਜਹਾਜ਼ ਤੋਂ ਮਜ਼ਮੂਨ ਲਿਖਣ ਦਾ ਟਾਸਕ ਦੇ ਦਿੰਦੇ ਹਾਂ। ਜੂਰੇ ਨੇ ਹਵਾਈ ਜਹਾਜ਼ ਤੋਂ ਮਜ਼ਮੂਨ ਲਿਖਣਾ ਸ਼ੁਰੂ ਕੀਤਾ ਅਤੇ ਇਸ ਸਾਇੰਸੀ ਇਜਾਦ ਦੀਆਂ ਤਾਰੀਫਾਂ ਕਰਨ ਮਗਰੋਂ ਜਦ ਰਨਵੇ ਤੋਂ ਦੁੜਾਇਆ ਜਹਾਜ਼ ਅਸਮਾਨਾਂ 'ਤੇ ਉਡਾਇਆ ਅਤੇ ਅਖੀਰ ਮੁਸਾਫਰਾਂ ਤੀਕ ਅਜਿਹਾ ਪੜਾਇਆ ਜਿਹੜੇ ਆਪਣੀਆਂ ਆਪਣੀਆਂ ਬਾਰੀਆਂ ਵਿੱਚੋਂ ਬਾਹਰਲੇ ਨਜ਼ਾਰੇ ਲੈ ਰਹੇ ਸਨ। ਅਤੇ ਜੂਰਾ ਅੱਗੇ ਲਿਖਦਾ ਹੈ ਕਿ ਜਹਾਜ਼ ਉੱਡਦਾ ਉੱਡਦਾ ਬੱਦਲਾਂ ਦੇ ਉੱਤੋਂ ਹੁੰਦਾ ਹੋਇਆ ਜਦੋਂ ਰੇਗਿਸਤਾਨ ਨੂੰ ਪਾਰ ਕਰ ਰਿਹਾ ਸੀ ਅਤੇ ਮੁਸਾਫਰਾਂ ਆਪਣੀਆਂ ਆਪਣੀਆਂ ਬਾਰੀਆਂ ਵਿੱਚ ਵੇਖਿਆ ਕਿ ਹੇਠਾਂ ਬਹੁਤ ਸਾਰੇ ਕਾਫਲੇ ਜਾ ਰਹੇ ਸਨ। ਇਹ ਕਾਫਲੇ ਊਠਾਂ ਉੱਤੇ ਸਵਾਰ ਸਨ। ਰੇਗਿਸਤਾਨ ਵਿੱਚ ਊਂਠ ਹੀ ਸਫ਼ਰ ਕਰ ਸਕਦਾ ਹੈ, ਕਿਉਂਕਿ ਊਂਠ ਇੱਕ ਮਜ਼ਬੂਤ ਜਿਸਮ ਦਾ ਮਾਲਕ ਹੈ। ਦੁਨੀਆ ਭਰ ਦੇ ਲੋਕ ਇਹਨੂੰ ਪਸੰਦ ਕਰਦੇ ਨੇ, ਖਾਸ ਤੌਰ 'ਤੇ ਅਰਬ ਦੇ ਲੋਕਾਂ ਦੀ ਇਹ ਪਸੰਦੀਦਾ ਸਵਾਰੀ ਹੈ। ਹੈਡ ਮਾਸਟਰ ਨੇ ਜੂਰੇ ਦਾ ਮਜ਼ਮੂਨ ਪੜ੍ਹਿਆ ਅਤੇ ਉਹਨੂੰ ਸਕੂਲੋਂ ਹੀ ਕਰ ਛੱਡਿਆ। ਹੁਣ ਜੂਰੇ ਨੇ ਹੈਡ ਮਾਸਟਰ ਅਤੇ ਸਕੂਲ ਦੇ ਸਾਰੇ ਅਮਲੇ ਦੀ ਸ਼ਿਕਾਇਤ ਲਾਉਣ ਲਈ ਵਜ਼ੀਰ ਤਾਲੀਮ ਨੂੰ ਖਤ ਲਿਖਿਆ ਕਿ ਸਰਕਾਰ, ਮੈਂ ਜ਼ਹੀਨ ਅਤੇ ਤਾਬੇਦਾਰ ਤਾਲਿਬ ਇਲਮ ਹਾਂ, ਮੇਰੇ ਨਾਲ ਬਹੁਤ ਜ਼ਿਆਦਤੀ ਕੀਤੀ ਗਈ ਹੈ। ਪਹਿਲਾਂ ਮੈਨੂੰ ਪਰਚੇ 'ਚ ਫੇਲ ਕੀਤਾ ਗਿਆ ਅਤੇ ਫਿਰ ਹੈਡ ਮਾਸਟਰ ਨੇ ਹੁਣ ਮੈਨੂੰ ਸਕੂਲ ਨੇ ਕੱਢਤਾ ਹੈ। ਹੁਣ ਮੈਨੂੰ ਤੁਹਾਡੇ ਤੋਂ ਉਮੀਦ ਹੈ ਕਿ ਤੁਸੀਂ ਮੇਰਾ ਮਸਲਾ ਵੀ ਸੁਣੋਗੇ ਔਰ ਇਹਨੂੰ ਹੱਲ ਕਰਨ ਲਈ ਉਂਝ ਹੀ ਸਾਬਤ ਕਦਮੀ ਨਾਲ ਕੰਮ ਲਵੋਗੇ, ਜਿਵੇਂ ਇੱਕ ਊਂਠ ਲੈਂਦਾ ਹੈ। ਊਂਠ ਉਹ ਜਾਨਵਰ ਹੈ ਜਿਹੜਾ ਰੇਗਿਸਤਾਨ ਦਾ ਬਾਦਸ਼ਾਹ ਹੈ। ਦੁਨੀਆ ਭਰ ਦੇ ਲੋਕ ਊਂਠ ਨੂੰ ਪਸੰਦ ਕਰਦੇ ਨੇ ਅਤੇ ਊਂਠ ਅਰਬ ਮੁਲਕ ਦੇ ਵਸੀਕਾਂ ਦਾ ਪਸੰਦੀਦਾ ਜਾਨਵਰ ਹੈ। ਸੱਜਣੋ ਅਤੇ ਮਿੱਤਰੋ, ਇਸ ਮਗਰੋਂ ਕੀ ਹੋਇਆ ਅਤੇ ਕੀ ਨਾ ਹੋਇਆ, ਇਸ ਗੱਲ ਦਾ ਤਾਂ ਮੈਨੂੰ ਪਤਾ ਨਹੀਂ। ਅਲਬੱਤਾ ਜੂਰੇ ਖੱਚ ਨੇ ਨਾ ਤਾਂ ਊਠਾਂ ਦਾ ਖਹਿੜਾ ਛੱਡਿਆ ਅਤੇ ਨਾ ਹੀ ਲੋਕਾਂ ਦੇ ਦੱਸਣ ਦੇ ਬਾਵਜੂਦ ਆਪਣਾ ਆਪ ਸਿੱਧਾ ਕੀਤਾ ਕਿ ਭਲਿਆ ਹਰ ਥਾਵੇਂ ਊਠ ਬਰਾਮਦ ਨਹੀਂ ਕਰ ਲਈਦਾ। ਜੂਰੇ ਖੱਚ ਤੋਂ ਯਾਦ ਆਇਆ ਕਿ ਅਜਿਹੀ ਖੱਚ ਪਿਛਲੇ ਕੁਝ ਅਰਸੇ ਤੋਂ ਮੁਸਲਸਲ ਆਪਣੇ ਨਫਸੀਆਤੀ ਮਰੀਜ਼ ਹੋਣ ਦਾ ਸਬੂਤ ਦੇ ਰਹੀ ਹੈ। ਜਿਵੇਂ ਜੂਰਾ ਖੱਚ ਹਰ ਸ਼ੈ 'ਚ ਊਠ ਪੈਦਾ ਕਰ ਲੈਂਦਾ ਸੀ, ਇੰਝ ਹੀ
ਇਹ ਕੱਚ ਵੀ ਦਾਅਵਾ ਕਰਦੀ ਹੈ ਕਿ ਦੁਨੀਆ ਦੀ ਹਰ ਰਹਿਤ ਵਿੱਚੋਂ ਸਰਾਇਕੀ ਦਾ ਸ਼ੋਸ਼ਾ ਬਰਾਮਦ ਹੋ ਜਾਂਦਾ ਹੈ। ਗੱਲ ਕੋਈ ਹੋਰ ਹੋ ਰਹੀ ਹੋਵੇ, ਪਰ ਇਹਨੇ ਉਹਦੇ ਵਿੱਚੋਂ ਆਪਣਾ ਕੋਈ ਨਾ ਕੋਈ ਝੂਠੋ ਝੂਠਾਲੀ ਪੈਦਾ ਹੀ ਕਰ ਲੈਣਾ ਹੁੰਦਾ ਹੈ। ਨੀਲੀ ਅਜਰਕ ਹੋਵੇ ਜਾਂ ਫਿਰ ਪੰਜਾਬੀ ਰੇਤਲ ਦੀ ਉਹ ਨਕਾਲੀ, ਜਿਹਦੇ ਉੱਤੇ ਮੱਲ ਮਾਰ ਕੇ ਸਾਬਤ ਕਰਨਾ ਚਾਹੁੰਦੇ ਨੇ ਕਿ ਇਹ ਮੁਲਤਾਨੀ ਸਕਾਫਤ ਨਹੀਂ ਬਲਕਿ ਸਰਾਇਕੀ ਦਾ ਉਹ ਇਜ਼ਹਾਰ ਹੈ ਜਿਹਦੀ ਪੈਦਾਇਸ਼ 1962 'ਚ ਹੋਈ, ਪਰ ਤਸਵਰਾਤੀ ਤੌਰ ਉੱਤੇ ਇਹਦਾ ਵਜੂਦ ਸਦੀਆਂ ਪੁਰਾਣਾ ਹੈ। ਮੈਂ ਬਾਹਰ ਹੈ ਜ਼ਿਕਰ ਕਰ ਚੁੱਕਿਆ ਹਾਂ ਅਤੇ ਆਪਣੇ ਮੁਕਾਲਿਆਂ ਰਾਹੀਂ ਸਾਬਤ ਵੀ ਕੀਤਾ ਹੈ ਕਿ ਮੁਲਤਾਨ ਦਾ ਕਲਚਰ ਇਸ ਧਰਤੀ ਦੀ ਉਹਨਾਂ ਰਵਾਇਤ ਦਾ ਆਕਾਸ਼ ਹੈ ਜਿਹੜੀਆਂ ਇਸ ਖਿੱਤੇ ਦੇ ਮੱਥੇ ਦਾ ਝੂਮਰ ਨੇ। ਮੁਲਤਾਨ ਦੀ ਬੋਲੀ ਦਾ ਲਹਿਜਾ ਹੋਵੇ ਜਾਂ ਇੱਥੋਂ ਦੇ ਵਸਨੀਕਾਂ ਦੇ ਰਸਮੋ ਰਿਵਾਜ, ਤਿਉਹਾਰ ਹੋਣ ਜਾਂ ਮੌਸੀਕੀ ਰਾਹੀਂ ਦਿਲਾਂ ਦੇ ਜਜ਼ਬਿਆਂ ਦਾ ਬਿਆਨ, ਇਹ ਤਾਂ ਹਜ਼ਾਰੇ ਵਰੇ ਪੁਰਾਣੀਆਂ ਗੱਲਾਂ ਹੈ ਹੀ ਨੇ ਜਿਹਨਾਂ ਦਾ ਅਕਸ ਪੰਜਾਬ ਦੀ ਕੁੱਲ ਧਰਤੀ ਤੇ ਵਿਖਾਈ ਦਿੰਦਾ ਹੈ। ਇੰਜੀ ਜਿਸ ਤਰੀਕੇ ਪੰਜਾਬ ਵਸਦਾ ਹੈ ਉੱਥੋਂ ਦੇ ਰਹਿਣ ਵਾਲੇ ਰਸਮੋ ਰਿਵਾਜ ਤੇ ਰੀਤਾਂ ਦਾ ਪਰਛਾਵਾਂ ਇਸ ਉੱਤੇ ਤੇ ਵੀ ਇੰਝ ਹੀ ਮੌਜੂਦ ਹੈ ਜਿਵੇਂ ਇੱਕੋ ਘਰ ਦੇ ਵਿਹੜੇ 'ਚ ਸਾਂਝੀ ਰੋਸ਼ਨੀ ਦੀਆਂ ਕਿਰਨਾਂ ਬਖੇਰਦੀ ਹੈ। ਹੁਣ ਤੁਸੀਂ ਇੱਕੋ ਵਿਹੜੇ ਨੂੰ ਇਸ ਕਰਕੇ ਵਕਤ ਨਹੀਂ ਕਰ ਸਕਦੇ ਕਿ ਇੱਕ ਪਾਸੇ ਸੂਰਜ ਦੀ ਰੋਸ਼ਨੀ ਜ਼ਿਆਦਾ ਤਪਸ਼ ਦਿੱਤੀ ਤੇ ਘਰ ਦੇ ਦੂਜੇ ਟੁਕੜੇ ਉਹਦੀ ਗਰਮੈਸ਼ ਨਹੀਂ ਪਹੁੰਚੀ। ਇਹ ਗੱਲ ਕੋਈ ਉਦੋਂ ਹੀ ਕਰੇਗਾ ਜਦੋਂ ਦਿਲ ਵਿੱਚ ਜ਼ਹਿਰੀਲੀ ਸਾਜ਼ਿਸ਼ ਦਾ ਬੀਜ ਹੋਵੇ, ਖਾਸ ਕਰ ਘਰ ਦੇ ਜੀਅ ਜਿਹੜੇ ਹਜ਼ਾਰਾਂ ਵਰ੍ਹਿਆਂ ਤੋਂ ਇੱਕ ਦੂਜੇ ਨਾਲ ਰਹਿ ਰਹੇ ਹੋਣ, ਉਹ ਤੇ ਅਜੇ ਹੀ ਬਣਦਾ ਤਸੱਵਰ ਹੀ ਨਹੀਂ ਕਰ ਸਕਦੇ। ਹੁਣ ਜੇ ਕੋਈ ਅੱਗ ਲੈਣ ਆਵੇ ਤੇ ਘਰ ਦਾ ਮਾਲਕ ਬਣਨ ਦਾ ਦਾਅਵਾ ਕਰ ਦੇਵੇ, ਉਹਦੀਆਂ ਸੋਚਾਂ ਤੇ ਗੱਲਾਂ ਦਾ ਮਾਮਲਾ ਵੱਖਰਾ ਹੈ। ਸੂਬੇ ਦੀ ਵੰਡ ਦੀ ਗੱਲ ਕਰਨ ਵਾਲੇ, ਇੱਕ ਬੋਲੀ ਦੇ ਦੋ ਲਹਿਜੇ ਨੂੰ ਵੱਖੋ ਵੱਖ ਜ਼ਬਾਨਾਂ ਆਖਣ ਵਾਲੇ, ਇਹ ਉਹ ਸਾਥੀ ਨੇ ਜਿੰਦਾ ਇਸ ਧਰਤੀ ਨਾਲ ਕੋਈ ਤਾਲੁਕ ਨਹੀਂ। ਅਲਬੱਤਾ ਇੱਥੇ ਸਿਰ ਲੁਕਾਵਾ ਲੱਭਣ ਆਏ ਤੇ ਫਿਰ ਕਬਜ਼ਾਗੀਰਾਂ ਦਾ ਸਹਾਰਾ ਲੈ ਕੇ ਇਸ ਧਰਤੀ ਦੀ ਮਾਲਕੀ ਦਾ ਦਾਅਵਾ ਕਰ ਛੱਡਿਆ। ਮੁਲਤਾਨੀ ਲਹਿਜੇ ਦੀ ਗੱਲ ਕਰਨ ਵਾਲੇ ਦੇਸ਼ ਪੰਜਾਬ ਦੇ ਵਾਸੀ ਸਾਡੇ ਸਿਰ ਦਾ ਤਾਜ ਨੇ। ਉਹ ਸਾਡੇ ਪੰਜਾਬੀ ਰੇਤਲ ਦਾ ਵਕਾਰ ਤੇ ਇੱਜ਼ਤ ਨੇ, ਪਰ ਇਸ ਬੋਲੀ ਤੇ ਲਹਿਜੇ ਉੱਤੇ ਕਬਜ਼ਾ ਕਰਨ ਵਾਲੇ ਉਹ ਸਾਸੀ ਅਨਾਸਰ ਦਾ ਇਸ ਧਰਤੀ ਨਾਲ ਦੂਰ ਦੂਰ ਤੱਕ ਕੋਈ ਰਿਸ਼ਤਾ ਨਹੀਂ ਬਣਦਾ। ਤਾਜ਼ਾ ਇੱਥੇ ਵਸਣ ਵਾਲੇ ਜਦ ਇਹ ਦਾਅਵਾ ਕਰਨਗੇ ਕਿ ਇਸ ਮਿੱਟੀ ਦੇ ਮਾਲਕ ਹਾਂ, ਤੇ ਫਿਰ ਲੋਕ ਤਾਂ ਇਹਨੂੰ ਲਿੱਤਰ ਹੀ ਮਾਰਨਗੇ ਨਾ। ਤੁਸੀਂ ਇਸ ਧਰਤੀ ਉੱਤੇ ਆਏ, ਇਸ ਧਰਤੀ ਨੇ ਤੁਹਾਨੂੰ ਪਨਾਹ ਦਿੱਤੀ, ਇਸ ਧਰਤੀ ਨੇ ਤੁਹਾਨੂੰ ਅਨਪੜ੍ਹ ਦਿੱਤਾ, ਇਸ ਧਰਤੀ ਨੇ ਤੁਹਾਨੂੰ ਇੱਜ਼ਤ ਤੇ ਵਕਾਰ ਦਿੱਤਾ। ਹੁਣ ਤੁਸੀਂ ਜੇਕਰ ਇਸ ਧਰਤੀ ਨੂੰ ਵੰਡਣ ਦੀ ਗੱਲ ਕਰੋਗੇ ਜਾਂ ਫਿਰ ਇਹਦੀ ਬੋਲੀ ਉੱਤੇ ਸ਼ਬਦ ਖੂਨ ਮਾਰੋਗੇ, ਫਿਰ ਤੁਹਾਡੇ ਤੋਂ ਵੱਡਾ ਅਹਿਸਾਨ ਫਰਾਮੋਸ਼ ਕਿੰਨੇ ਹੋਣਾ ਹੈ। ਮੈਨੂੰ ਮੌਲਾ ਅਲੀ ਨਾਲ ਮਨਸੂਬ ਇੱਕ ਕੌਲ ਹਰ ਉਸ ਵੇਲੇ ਯਾਦ ਹੁੰਦਾ ਹੈ, ਮੈਂ ਜਦ ਵੀ ਇਹਦੀਆਂ ਗੱਲਾਂ ਦੇ ਦਾਅਵੇ ਸੁਣਦਾ ਹਾਂ। ਮੌਲਾ ਅਲੀ ਨਾਲ ਮਨਸੂਬ ਇੱਕ ਕੌਲ ਵਿੱਚ ਫਰਮਾਨ ਹੈ ਕਿ ਤੁਸੀਂ ਜਿਹਦੇ ਉੱਤੇ ਅਹਿਸਾਨ ਕਰੋ ਉਹਦੇ ਸ਼ਰ ਤੋਂ ਜ਼ਰੂਰ ਬਚੋ। ਰੱਬ ਸੱਚਾ ਸਾਨੂੰ ਹਰ ਉਸ ਕੰਮ ਜ਼ਰਫ ਤੇ ਸ਼ਰ ਤੋਂ ਮਹਿਫੂਜ਼ ਰੱਖੇ ਜਿਹਦੇ ਅਸੀਂ ਅਹਿਸਾਨ ਕੀਤੇ। ਸਾਡੀ ਧਰਤੀ ਨੂੰ, ਸਾਡੀ ਮਿੱਟੀ ਨੂੰ, ਜਿਸ ਕੰਮ ਜ਼ਰਫ ਨੂੰ ਪਾਲਿਆ ਪੋਸਿਆ ਤੇ ਉਹਨੂੰ ਇੱਜ਼ਤ ਦਿੱਤੀ, ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਦੇਸ਼ ਪੰਜਾਬ ਨੂੰ ਹਮੇਸ਼ਾ ਆਬਾਦ ਰੱਖੇ, ਇਹ ਉੱਤੇ ਆਪਣੀ ਰਹਿਮਤਾਂ ਤੇ ਬਰਕਤਾਂ ਦੀ ਸ਼ਾਨ ਰੱਖੇ। ਜਿਉਂਦੇ ਵਸਦੇ ਰਹੋ, ਫਿਰ ਮਿਲਾਂਗੇ। ਇਜਾਜ਼ਤ ਦਿਓ, ਰੱਬ ਰੱਖਾ।